ਧੰਨ ਗੁਰੂ ਨਾਨਕ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਾਜਨ ਦੇਸ ਵਿਦੇਸੀਅੜੇ ਸਨੇੜੇ ਦੇਂਦੀ ਸਾਰ ਸੰਭਾਲੇ ਤਿੰਨ ਸੱਜਣਾ ਮੁੰਦ ਨੈਣ ਪਰੇਂਦੀ ਮੁੰਦ ਨੈਣ ਪਰੇਂਦੀ ਗੁਣ ਸਾਰੇਂਦੀ ਕਿਉ ਪ੍ਰਭ ਮਿਲਾ ਪਿਆਰੇ ਮਾਰਗ ਪੰਥ ਨਾ ਜਾਣੂ ਬਿਖੜਾ ਕਿਉ ਪਾਈਐ ਪਿਰ ਪਾਰੇ। ਸਤਿਗੁਰ ਸ਼ਬਦੀ ਮਿਲੈ ਵਿਛੁੰਨੀ ਤਨ ਮਨ ਆਗੈ ਰਾਖੈ ਨਾਨਕ ਅੰਮ੍ਰਿਤ ਬਿਰਖ ਮਹਾਰਸ ਫਲਿਆ ਮਿਲ ਪ੍ਰੀਤਮ ਰਸ ਚਾਖੈ। ਧੰਨ ਵਾਹਿਗੁਰੂ। ਆਸਾ ਮਹੱਲਾ ਪਹਿਲਾ। ਤਿਤ ਸਰਵਰੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬਿਅਲੇ ਮਨ ਏਕ ਨ ਚੇਤਿਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ। ਕਹਾ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹ ਨਿਹਚਲ ਚੌਰ ਛੱਤ ਦੇ ਸਦੀਵੀ ਮਾਲਕ। ਧੰਨ 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 ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕਰੋ ਨਦਰ ਇਸ ਜੀਵ ਤੇ ਆਪਣੀ ਕਥਾ ਆਪ ਕਰਾਓ ਤੇ ਕਰੋ ਸਾਰੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸੁਰਤੀਆਂ ਬਿਰਤੀਆਂ ਜੋੜ ਕੇ ਮਹਾਰਾਜ ਦੇ ਚਰਨਾਂ 'ਚ ਲਵਾਈਏ ਹਾਜ਼ਰੀ ਬੁਲਾਈਏ ਗੁਰੂ ਸਾਹਿਬ ਨੂੰ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀਆ ਖੇਲ ਵੱਡ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ।
ਸਾਧ ਸੰਗਤ ਜੀ, ਇੱਕੋ ਵਾਹਿਗੁਰੂ, ਇੱਕੋ ਰੱਬ ਦਾ ਇਹ ਸਾਰਾ ਖੇਲ ਬਣਾਇਆ ਹੋਇਆ ਹੈ ਤੇ ਰੱਬ ਆਪ ਹੀ ਗੁਰੂ ਬਣ ਕੇ ਇਹ ਸਾਰੇ ਖੇਲ ਨੂੰ ਬਣਾ ਰਿਹਾ ਹੈ ਤੇ ਇਸ ਸਾਰੇ ਖੇਲ ਨੂੰ ਚਲਾ ਰਿਹਾ ਹੈ। ਕਥਾ ਵਿਚਾਰ ਤੋਂ ਪਹਿਲਾਂ ਆਪਾਂ ਇਸ ਖੇਲ ਬਾਰੇ ਥੋੜ੍ਹਾ ਜਿਹਾ ਜਾਣੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਣੀ ਗੁਰਬਾਣੀ ਉਪਦੇਸ਼ ਦੇ ਵਿੱਚ ਸਾਨੂੰ ਇਹ ਖੇਲ ਸਮਝਾਇਆ ਵੀ ਮੈਂ ਆਪ ਹੀ ਆਪਣੇ ਚੋਂ ਨਿੱਕਾ ਪੁੱਤ ਜੀਵ ਆਤਮਾ ਪੈਦਾ ਕਰੂੰਗਾ ਤੇ ਆਪ ਹੀ ਉਹਨੂੰ ਮੈਂ ਬਾਹਰਲੇ ਝੂਠੇ ਸੈਂਚੇ ਦੇ ਵਿੱਚ, ਬਾਹਰਲੇ ਝੂਠੇ ਘਰ ਦੇ ਵਿੱਚ, ਬਾਹਰਲੇ ਝੂਠੇ ਸਰੀਰ ਦੇ ਵਿੱਚ ਪਾਊਂਗਾ ਤੇ ਫਿਰ ਇਹਦੇ ਤੇ ਕਿਰਪਾ ਕਰੂੰਗਾ, ਫਿਰ ਇਹ ਮੈਨੂੰ ਬੁੱਝੂਗਾ, ਜਾਣੂਗਾ ਤੇ ਫਿਰ ਮੇਰੇ 'ਚ ਮਿਲ ਜੂਗਾ। ਆਹ ਖੇਲ ਹੈ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਬਣ ਕੇ ਚਲਾਇਆ ਹੋਇਆ ਇਹ ਖੇਲ ਹੈ। ਪਰੰਤੂ ਰੱਬ ਦਾ ਪੁੱਤ ਸਾਡੀ ਜੀਵ ਆਤਮਾ ਜੀਓ, ਆਪਾਂ ਜਿੰਨੇ ਇੱਥੇ ਬੈਠੇ ਆ ਇਸ ਵੇਲੇ ਸਾਰੀਆਂ ਆਪਾਂ ਆਤਮਾ ਬੈਠੀਆਂ ਆ। ਉੱਤੇ ਆ ਬਾਹਰਲੇ 5 ਪੁੱਤਾਂ ਦਾ ਆ ਜੈਕਟ ਪਾਈ ਆਪਾਂ ਸਾਰਿਆਂ ਨੇ, ਆ ਬਾਹਰਲਾ ਸਰੀਰ ਹੈਗੀਆਂ ਆਪਾਂ ਸਾਰੀਆਂ ਜੀਵ ਆਤਮਾ ਤੇ ਗੁਰੂ ਸਾਹਿਬ ਨੇ ਇਹ ਜੀਵ ਆਤਮਾ ਸਾਡੀ ਸਾਰਿਆਂ ਦੀ ਆ ਬਾਹਰਲੇ ਕੱਚੇ ਘੜੇ ਦੇ ਵਿੱਚ ਇਸ ਸਰੀਰ ਦੇ ਵਿੱਚ ਪਾ ਕੇ ਤਾਂ ਖੇਲ ਬਣਾਤਾ ਵੀ ਮੈਂ ਆਪ ਕਿਸੇ ਤੇ ਕਿਰਪਾ ਕਰੂੰਗਾ, ਉਹਨੂੰ ਮੈਂ ਸਾਰੀ ਸੋਝੀ ਦੇ ਕੇ ਆਪਣਾ ਗੁਰਮੰਤਰ ਦੇ ਕੇ ਤਾਂ ਉਹਨੂੰ ਮੈਂ ਆਪਣੇ ਨਾਲ ਮਿਲਾ ਲੂੰਗਾ ਤੇ ਦੂਜੇ ਨੂੰ ਮੈਂ ਆਪ ਹੀ ਭੁਲਾਊਂਗਾ ਤੇ ਆਪ ਹੀ ਆਪ ਦੇ ਨਾਲੋਂ ਵਿਛੋੜੂੰਗਾ। ਜਿਨ੍ਹਾਂ ਨੂੰ ਮਿਲਾ ਲੈਂਦੇ ਆ ਉਹਨਾਂ ਨੂੰ ਗੁਰੂ ਸਾਹਿਬ ਵਡਭਾਗੀ ਦੱਸਦੇ ਆ ਤੇ ਜਿਨ੍ਹਾਂ ਨੂੰ ਵਿਛੋੜਿਆ ਹੋਇਆ ਉਹਨਾਂ ਨੂੰ ਮੰਦੇ ਭਾਗਾਂ ਵਾਲਾ ਦੱਸਦੇ। ਆਹ ਖੇਲ ਹੈ ਸਾਰੀ ਸ੍ਰਿਸ਼ਟੀ ਦਾ, ਜਿਹੜਾ ਗੁਰੂ ਸਾਹਿਬ ਰੱਬ ਬੈਠੇ ਨੇ, ਇਹਨਾਂ ਨੇ ਆਹ ਖੇਲ ਬਣਾਇਆ ਤੇ ਆਪ ਹੀ ਚਲਾ ਰਹੇ ਤੇ ਉਸੇ ਖੇਲ ਦਾ ਹੀ ਸ਼ਬਦ ਹੈ ਜਿਹੜਾ ਆਪਾਂ ਗੁਰੂ ਸਾਹਿਬ ਦੀ ਪ੍ਰੇਰਨਾ ਦੇ ਨਾਲ ਆਪਾਂ ਸਾਰਿਆਂ ਨੇ ਰਲ ਮਿਲ ਕੇ ਅੱਜ ਵਿਚਾਰਨਾ। ਨਿਤ ਰਹਿਰਾਸ ਸਾਹਿਬ ਦੇ ਵਿੱਚ ਆਪਾਂ ਇਹ ਸ਼ਬਦ ਪੜ੍ਹੀਦਾ, ਪਰੰਤੂ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਪੜ੍ਹ ਵੀ ਗਏ, ਸਮਝ ਹੀ ਨਹੀਂ ਆਉਂਦੀ ਇਹ ਸ਼ਬਦ ਦੇ ਵਿੱਚ ਹੈ ਕੀ ਸੀ। ਆਓ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ ਅੱਜ ਰਲ ਕੇ ਇਹ ਸ਼ਬਦ ਵਿਚਾਰੀਏ। ਗੁਰੂ ਸਾਹਿਬ ਕਹਿੰਦੇ ਆ, ਤਿਤ ਸਰਵਰੜੇ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਆ ਹੁਣ ਉਸ ਖੇਲ ਦੀ ਗੱਲ ਕਰਨ ਲੱਗੇ ਆ। ਆਪ ਹੀ ਖੇਲ ਬਣਾਇਆ, ਆਪ ਹੀ ਹੁਣ ਸ਼ਬਦ ਦੇ ਰਾਹੀਂ ਸਾਨੂੰ ਸਮਝਾਉਣ ਲੱਗੇ ਆ ਵੀ ਮੈਂ ਖੇਲ ਕੀ ਬਣਾਇਆ। ਤਿਤ ਸਰਵਰੜੇ ਪਹਿਲੇ ਨਿਵਾਸਾ, ਉਸ ਸਮੁੰਦਰ ਦੇ ਵਿੱਚ ਸਾਡੀ ਸਾਰਿਆਂ ਦੀ ਜੀਵ ਆਤਮਾ ਦਾ ਵਾਸਾ ਕੀਤਾ ਗੁਰੂ ਸਾਹਿਬ ਨੇ। ਕਿਹੜੇ 'ਚ? ਪਾਣੀ ਪਾਵਕ ਤਿਨਹਿ ਕੀਆ, ਜਿਹਦੇ ਵਿੱਚ ਪਾਣੀ ਦੀ ਥਾਂ ਤੇ ਪਾਵਕ ਭਾਵ ਅੱਗ ਪਾਈ ਹੋਈ ਹੈ। ਇਹ ਜੇ ਸਮੁੰਦਰ ਦੇ ਵਿੱਚ ਸਾਡੀ ਜੀਵ ਆਤਮਾ ਨੂੰ ਛੱਡਿਆ ਹੋਇਆ। ਤਿਤ ਸਰਵਰੜੇ ਪਹਿਲੇ ਨਿਵਾਸਾ,
पानी पावक तिन्हे कीया। गुरु साहब कहते हैं रब ने यह समुंदर इहो जिहा बनाया जिहदे विच पानी की थां ते अग पाई हुई है। गुरु साहब कह रहे रब ने इदां कीता आप ही है सच्चे पातशाह जी। आप दा नाम नहीं दसदे, आप दा नहीं दसदे भी ये मेरा ही कीता होया। गुरु साहब कहते रब ने इदां चलाया ते रब कहता गुरु ने इदां चलाया। सो गुरु साहब आप ही अपना खेल समझा रहे हैं। हुण आपां गुरु साहब की किरपा नाल समझण की कोशिश करिए बे ये किहो जिहा समुंदर है जिहदे विच पानी की थां ते अग पाई हुई है। फिर अगली पंक्ति च दसदे आ पंकज मोह पग नहीं चालै हम देखा तैं डूबियल। गुरु साहब कहते हैं ये कला अग दा समुंदर ही नहीं है, ये इन्ना ज़्यादा भयानक समुंदर आ भी इहदे विच साडी जीव आत्मा फसदी पई है, धसदी पई है ते डुबदी पई है। हुण आपां समझिए भी गुरु साहब हरेक पंक्ति दे विच ये सानू बुझारतां पा रहे ने। समुंदर आपां सोचांगे इत्थे किहड़ा समुंदर आ, हुण आपां इत्थे बैठे इत्थे किहड़ा समुंदर आ, इत्थे किहड़ी अग लगी आ, सानू तां कोई अग नहीं दिखाई देंदी। गुरु साहब कह रहे आ मेरी मेरी दी अग लगी आ, हौमे दी अग लगी आ, रब नालों विछड़ के तृष्णा दी अग लग गई। साडी जीवात्मा नूं जिद्दण दे माँ दे पेट चों निकले उदण दी होई सानू ईरखा दी, निंदा दी, तृष्णा दी, भुख दी साडे मन नूं अग लग गई। माँ दे पेट दे विच तां मात गर्भ मैं आपन सिमरन दे तैं तुम राखण हारे। गुरु साहब ने सानू सारियां अग्गां तो उत्थे बचाया होया सी, अपना सिमरन दे के, अपनी याद बख्श के। परंतु जदों ही असीं इस दुनिया दे विच आए, इहां आए दाता बिसराए दासी लपटाए। इस संसार दे विच आउंदियां सार ही साडा मन जिहड़ा सी वो सिमरन नालों टुट के ते माया दे नाल प्रेम पा बैठा। ते ये जिहड़ा समुंदर दस रहा अग दा, ये माया दा समुंदर आ ते ओदे नाल जिहड़ा साडा मोह पिया होया ओदी अग लगी हुई आ साडे मन नूं। लोभ लहर अत नीजर बाजै काया डूबे केसवा। फिर समुंदर की गल कर रहे हैं भगत जी भी। इस सारे संसार नूं, इस मिरत मंडल नूं, इस माया की दुनिया नूं गुरु साहब भी ते भगत जी भी इनू समुंदर दसदे आ अग दा, जिहदे विच असीं नित सड़दे हां। बकार जिहड़े ने वो इस अग दे विच होर असीं लकड़ां पाउने आ, होर अग पलदी आ साडे मन दे विच। उस इहो जिहे अदृष्ट गुप्त अग दे समुंदर दे विच साडी जीवात्मा डिग्गी हुई है। इस चीज़ नूं आपां समझना। लोभ लहर अत नीजर बाजै काया डूबे केसवा।
संसार समुंदे तित सरवरड़े, संसार समुंदे तार गोबिंदे, तार लै बाप बीठला। अनिल बेड़ा हों खेव ना साकूं, तेरा पार ना पाया। बीठला हो दया सतगुर मेल तू, मोको पार उतारे केसवा। नामा कहे हों तरबे ना जानू, मोको बां दे बीठला। अग दे समुंदर च माया दे मोह दे विच, माया दे मोह दे समुंदर दे विच असी दिन रात गोते खा रहे हैं। जिस दिन दा जीव आत्मा ने इस संसार दे विच जन्म लिया, फिर गुरु साहब कृपा करके होर समझाते हैं यही खेल नूं भी मैं आपदे जीव आत्मा नूं, आपदे पुੱਤ नूं ਇੱਥੇ ਅੱਗ ਦੇ ਸਮੁੰਦਰ ਦੇ ਵਿੱਚ ਭੇਜੂੰਗਾ। ਜਿਹਦੇ ਤੇ ਮੈਂ ਕਿਰਪਾ ਕਰੂੰਗਾ ਉਹਨੂੰ ਮੈਂ ਆਪ ਹੀ ਇਸ ਅੱਗ ਦੇ ਸਮੁੰਦਰ ਚੋਂ ਕੱਢ ਲੂੰਗਾ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ, ਤੇ ਦੂਜੇ ਨੂੰ ਮੈਂ ਨਾਮ ਦੀ ਦਾਤ ਨਹੀਂ ਦੂੰਗਾ। ਤੇ ਉਹਨੇ ਇਸ ਅੱਗ ਦੇ ਸਮੁੰਦਰ ਦੇ ਵਿੱਚ ਗੋਤੇ ਖਾਣੇ ਆ ਤੇ ਦੁੱਖ ਪਾਉਣਾ ਹੈ। ਇਹ ਅਸੀਂ ਦੇਖਣਾ ਅੱਜ ਇਸ ਸਾਰੇ ਸ਼ਬਦ ਦੀ ਵਿਚਾਰ ਦੇ ਦੌਰਾਨ ਵੀ ਅਸੀਂ ਸੁਖੀ ਹਾਂ ਕਿ ਅਸੀਂ ਦੁਖੀ ਹਾਂ। ਜੇ ਅਸੀਂ ਦੁਖੀ ਹਾਂ ਤਾਂ ਪੱਕੀ ਗੱਲ ਹੈ ਇਸੇ ਅੱਗ ਦੇ ਸਮੁੰਦਰ ਦੇ ਵਿੱਚ ਜਿਹਦਾ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਸ਼ਬਦ 'ਚ ਗੱਲ ਕਰ ਰਹੇ ਆ, ਜ਼ਿਕਰ ਕਰ ਰਹੇ ਆ, ਇਹਦਾ ਮਤਲਬ ਅਸੀਂ ਉਸ ਅੱਗ ਦੇ ਸਮੁੰਦਰ ਦੇ ਵਿੱਚ ਗੋਤੇ ਖਾ ਰਹੇ ਹਾਂ। ਤੇ ਜੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਡੇ ਜੀਵਨ ਦੇ ਵਿੱਚ ਆਤਮਿਕ ਸੁੱਖ ਹੈ ਤਾਂ ਉਹ ਨਿਸ਼ਾਨੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਕੇ ਸਾਨੂੰ ਇਸ ਅੱਗ ਦੇ ਸਮੁੰਦਰ ਦੇ ਵਿੱਚ ਵੱਡੇ ਭਾਗਾਂ ਕਰਕੇ ਸਾਨੂੰ ਇਹ ਹੱਥ ਦੇ ਕੇ ਰੱਖਿਆ ਹੋਇਆ। ਇਹ ਆਪਾਂ ਸਾਰੀਆਂ ਜਿੰਨੀਆਂ ਜੀਵ ਆਤਮਾਵਾਂ ਇੱਥੇ ਬੈਠੀਆਂ ਨੇ ਨਾ, ਆਪਾਂ ਸਾਰਿਆਂ ਨੇ ਆਪੋ ਆਪਣੇ ਅੰਦਰ ਝਾਕਣਾ। ਕੋਸ਼ਿਸ਼ ਕਰੀਏ ਅੱਖਾਂ ਬੰਦ ਕਰਕੇ ਬੈਠੀਏ ਤੇ ਇਸ ਸ਼ਬਦ ਨੂੰ ਵਿਚਾਰੀਏ। ਗੁਰੂ ਸਾਹਿਬ ਦੱਸਦੇ ਆ ਇਸੇ ਖੇਲ ਨੂੰ ਅੱਗੇ, ਮੂਲ ਮੋਹ ਕਰ ਕਰਤੇ ਜਗਤ ਉਪਾਇਆ। ਕਹਿੰਦੇ ਮੈਂ ਨਾ, ਗੁਰੂ ਸਾਹਿਬ ਨੇ ਆਪ ਹੀ, ਬਾਬਾ ਨਾਨਕ ਨੇ, ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਵਿਧੀ ਬਣਾਈ ਹੈ ਕਿ ਮੈਂ ਆਪ ਦਾ ਨਿੱਕਾ ਪੁੱਤ ਜੀਵ ਆਤਮਾ ਇਸ ਅੱਗ ਦੇ ਸਮੁੰਦਰ ਦੇ ਵਿੱਚ ਪਾਊਂਗਾ, ਸਿੱਟੂੰਗਾ ਤੇ ਇਹਦੇ 'ਚ ਮੋਹ ਪਾਊਂਗਾ ਕਿ ਆਹ ਦੇਖ ਕਿੰਨਾ ਸੋਹਣਾ ਸੰਸਾਰ ਮੈਂ ਬਣਾਇਆ ਤੇ ਇਹਦੇ ਵਿੱਚ ਇਹ ਫਸੂਗਾ। ਆਪ ਗੁਰੂ ਸਾਹਿਬ ਨੇ ਇਹ ਵਿਧੀ ਬਣਾਈ ਹੈ। ਆਪਾਂ ਕਹਿੰਦੇ ਹਾਂ ਯਾਰ ਉਹ ਬੰਦਾ ਫਲਾਣਾ ਤੇ ਚੰਗਾ ਭਲਾ ਸੀਗਾ, ਪਤਾ ਨਹੀਂ ਉਹ ਕਿਉਂ ਇਹ ਲਾਲਚ 'ਚ ਆ ਗਿਆ, ਪਤਾ ਨਹੀਂ ਉਹ ਕਿਉਂ ਫਸ ਗਿਆ। ਗੁਰੂ ਸਾਹਿਬ ਕਹਿੰਦੇ ਆ ਮੂਲ ਮੋਹ ਕਰਤੇ ਜਗਤ ਉਪਾਇਆ। ਰੱਬ ਨੇ, ਗੁਰੂ ਸਾਹਿਬ ਨੇ ਮਾਇਆ ਦੇ ਮੋਹ ਪਾ ਕੇ ਜੀਵ ਆਤਮਾ ਨੂੰ ਉਸ ਪਾਸੇ ਲਾਉਣ ਲਈ ਆ ਸਾਰੀ ਸ੍ਰਿਸ਼ਟੀ ਬਣਾਈ ਹੈ। ਨਹੀਂ ਤਾਂ ਖੇਲ ਹੀ ਨਹੀਂ ਬਣਦਾ। ਜੇ ਸਾਰੀ ਦਿਨ ਰਾਤ ਗੁਰੂ ਸਾਹਿਬ ਨੂੰ ਧਿਆਨ, ਫਿਰ ਤਾਂ ਸਾਰੇ ਹੀ ਆਨੰਦੋ ਆਨੰਦ ਹੋ ਜਾਣ, ਸਾਰੇ ਮੁਕਤ ਹੋ ਜਾਣ, ਸਾਰੀ ਇੱਕ ਰਸ ਹੋ ਜੇ, ਫਿਰ ਖੇਲ ਕੀ ਬਣਿਆ। ਖੇਲ ਉਹ ਹੁੰਦਾ ਜਿਹਦੇ ਵਿੱਚ ਘੱਟੋ ਘੱਟ 2 ਟੀਮਾਂ ਹੋਣ ਤਾਂ ਖੇਲ ਬਣਦਾ। ਤੇ ਇਸ ਜੱਗ ਦੇ ਵਿੱਚ 2 ਟੀਮਾਂ ਪਤਾ ਕਿਹੜੀਆਂ ਨੇ?
ਇੱਕ ਗੁਰੂ ਦੇ ਬਣ ਕੇ ਜਿਉਂ ਰਹੇ ਹੈ, ਇੱਕ ਮਾਇਆ ਦੇ ਬਣ ਕੇ ਜਿਉਂ ਰਹੇ ਹੈ। ਆਹ ਦੋ ਟੀਮਾਂ, ਤੀਜੀ ਟੀਮ ਨਹੀਂ ਹੈਗੀ ਇਸ ਸ੍ਰਿਸ਼ਟੀ ਦੇ ਵਿੱਚ। ਜਾਂ ਗੁਰਮੁਖ ਬਣ ਕੇ ਕੋਈ ਜਿਉਂ ਰਿਹਾ, ਜਾਂ ਮਨ ਮਗਰ ਲੱਗਾ ਮਨਮੁਖ ਬਣ ਕੇ ਜਿਉਂ ਰਿਹਾ। ਜਾਂ ਗੁਰੂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਅੰਮ੍ਰਿਤਧਾਰੀ ਬਣ ਕੇ ਜਿਉਂ ਰਿਹਾ, ਜਾਂ ਮਾਇਆ ਤੋਂ ਖੇ ਖਾ ਕੇ ਮਾਇਆਧਾਰੀ ਬਣ ਕੇ ਜ਼ਿੰਦਗੀ ਜਿਉਂ ਰਿਹਾ। ਇਹ ਦੋ ਟੀਮਾਂ ਗੁਰੂ ਸਾਹਿਬ ਨੇ ਆਪ ਬਣਾਈਆਂ ਨੇ, ਤੇ ਅੰਮ੍ਰਿਤਧਾਰੀ ਤੇ ਮਾਇਆਧਾਰੀਆਂ ਦੇ ਵਿੱਚ ਬਾਜੀ ਲੱਗੀ ਹੋਈ ਆ ਦਿਨ ਰਾਤ। ਤੇ ਗੁਰੂ ਸਾਹਿਬ ਪਤਾ ਕੀ ਕਹਿੰਦੇ ਆ? ਕਹਿੰਦੇ ਅਖੀਰ ਦੇ ਵਿੱਚ ਮੈਂ ਅੰਮ੍ਰਿਤਧਾਰੀ ਦੀ ਬਾਂਹ ਖੜੀ ਕਰਨੀ ਹੀ ਕਰਨੀ ਆ। ਆਹ ਖੇਲ ਬਣਾਇਆ ਗੁਰੂ ਸਾਹਿਬ ਨੇ। ਮੂਲ ਮੋਹ ਕਰ ਕਰਤੇ ਜਗਤ ਉਪਾਇਆ, ਮਮਤਾ ਲਾਏ ਭਰਮ ਭੁਲਾਏ। ਹੁਣ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਪਤਾ ਕਿਉਂ ਨੇ? ਕਿਉਂਕਿ ਸਾਡੇ ਮਨ ਦੇ ਵਿੱਚ ਬਹੁਤ ਸਾਰੇ ਭਰਮ ਭੁਲੇਖੇ ਨੇ। ਮਨ ਨੂੰ ਸਾਰੀ ਜ਼ਿੰਦਗੀ ਸਮਝ ਹੀ ਨਹੀਂ ਆਉਂਦੀ ਬਈ ਸਹੀ ਰਾਹ ਕਿਹੜਾ ਸੀ। ਇਹ ਭਰਮ ਜਿਹੜੇ ਨੇ ਉਹ ਸਹੀ ਰਾਹ ਨਹੀਂ ਦੇਖਣ ਦਿੰਦੇ। ਗੁਰੂ ਸਾਹਿਬ ਉਹਦਾ ਜ਼ਿਕਰ ਕਰ ਰਹੇ ਵੀ ਜਿੱਦਣ ਹੀ ਜੀਵਾਤਮਾ ਇਸ ਸੰਸਾਰ ਦੇ ਵਿੱਚ ਜਨਮ ਲੈਂਦੀ ਹੈ, ਮਮਤਾ ਲਾਏ ਭਰਮ ਭੁਲਾਏ। ਆ ਬਾਹਰਲਾ ਸਰੀਰ ਇਹਨੂੰ ਮਿਲ ਗਿਆ ਜੀਵਾਤਮਾ ਨੂੰ, ਤੇ ਇਹਨੂੰ ਕੀ ਲਾਤੀ? ਭੁੱਖ ਪਹਿਲੇ ਦਿਨ ਹੀ। ਤੇ ਉਸ ਭੁੱਖ ਦੀ ਪੂਰਤੀ ਦੇ ਵਿੱਚ ਮਨ ਕੀ ਲੱਭਣ ਲੱਗਾ? ਦੁੱਧ। ਪਹਿਲੇ ਦਿਨ ਤੋਂ ਹੀ ਰੱਬ ਤੋਂ ਟੁੱਟ ਗਏ ਅਸੀਂ। ਪਹਿਲੇ ਦਿਨ ਤੋਂ ਹੀ ਮਨ ਨੂੰ ਇਹ ਲੱਗਣ ਲੱਗ ਪਿਆ ਵੀ ਮੈਂ ਬਾਹਰਲਾ ਪੰਜ ਭੂਤਕ ਦਿਸਣ ਵਾਲਾ ਸਰੀਰ ਹੀ ਆ ਸ਼ਾਇਦ, ਵੀ ਹੁਣ ਮੈਨੂੰ ਇਹਦੀਆਂ ਲੋੜਾਂ ਪੂਰੀਆਂ ਕਰਨ ਦੇ ਵਿੱਚ ਹੀ ਸਾਰੀ ਜ਼ਿੰਦਗੀ ਲਾਉਣੀ ਪੈਣੀ। ਆਹ ਭਰਮ ਪੈ ਗਿਆ ਕਿਹਨੂੰ? ਮਨ ਨੂੰ, ਵੀ ਮੈਂ ਖੁਣੇ ਆਹ ਬਾਹਰਲਾ ਸਰੀਰ ਆ, ਪੰਜ ਤੱਤਾਂ ਵਾਲਾ ਮਿੱਟੀ ਦਾ ਸਰੀਰ ਆ। ਤੇ ਗੁਰੂ ਸਾਹਿਬ ਵੀ ਕਹਿੰਦੇ ਆ ਮਨ ਤੂੰ ਕੀ ਆ? ਮਨ ਤੂੰ ਜੋਤ ਸਰੂਪ ਹੈ। ਗੁਰੂ ਸਾਹਿਬ ਸਾਡੇ ਭਰਮਾਂ ਦਾ ਭਾਵ ਵੜਦੇ ਆ। ਇਧਰੋਂ ਆਪ ਹੀ ਮਾਇਆ ਦਾ ਮੋਹ ਪਾਇਆ, ਭਰਮ ਪਾਇਆ ਤੇ ਭੁਲਾਤਾ, ਤੇ ਆਪ ਹੀ ਉਪਦੇਸ਼ ਦੇ ਰਿਹਾ ਜਿਹਨੂੰ ਬਚਾਉਣਾ ਹੈ, ਜਿਹਨੂੰ ਸੋਝੀ ਦੇਣੀ ਹੈ, ਉਹਦੇ ਲਈ ਉਹਦੇ ਲਈ ਮਹਾਰਾਜ ਉਪਦੇਸ਼ ਕਰ ਰਹੇ ਨੇ ਮਨ ਤੂੰ ਜੋਤ ਸਰੂਪ ਹੈ। ਅੰਮ੍ਰਿਤ ਵੀ ਉਹਨੇ ਹੀ ਛਕਣਾ ਹੈ, ਨਾਮ ਦੀ ਅੰਮ੍ਰਿਤ ਦੀ ਦਾਤ ਵੀ ਪੰਜ ਪਿਆਰਿਆਂ ਤੋਂ ਉਹਨੇ ਲੈਣੀ ਹੈ ਜਿਹਨੂੰ ਹੋਸ਼ ਆਉਣਾ। ਗੁਰੂ ਸਾਹਿਬ ਕੀ ਕਿਹਾ ਤੁਸੀਂ? ਮੈਂ ਕੀ ਹਾਂ? ਮਨ ਤੂੰ ਜੋਤ ਸਰੂਪ ਹੈ। ਅੱਛਾ ਮਨਾ ਮੈਂ ਜੋਤ ਹਾਂ, ਤੇ ਫਿਰ ਇਹਦਾ ਮਤਲਬ ਮੈਂ ਬਾਹਰਲਾ ਸਰੀਰ ਨਹੀਂ ਹੈਗਾ। ਏਦਾਂ ਗੁਰੂ ਸਾਹਿਬ ਨੇ ਕਿਰਪਾ ਕਰਕੇ ਆਪ ਹੀ ਆਪਣਾ ਪਾਇਆ ਹੋਇਆ ਮਮਤਾ ਦਾ ਮੋਹ ਆਪ ਹੀ ਸੋਝੀ ਦੇ ਕੇ, ਵੱਡੇ ਭਾਗਾਂ ਕਰਕੇ ਆਪ ਹੀ ਆਪਣੇ ਗੁਰਮੁਖ ਪਿਆਰੇ ਨੂੰ ਸੋਝੀ ਦੇ ਕੇ ਤੇ ਉਹਨੂੰ ਇਸ ਅੱਗ ਦੇ ਸਮੁੰਦਰ ਦੇ ਵਿੱਚੋਂ ਏਦਾਂ ਕੱਢ ਲੈਣਾ। ਆਹ ਖੇਲ ਹੈ ਸਾਰਾ ਪੂਰੀ ਸ੍ਰਿਸ਼ਟੀ ਦਾ। ਮੂਲ ਮੋਹ ਕਰ ਕਰਤੇ ਜਗਤ ਉਪਾਇਆ, ਮਮਤਾ ਲਾਏ ਭਰਮ ਭੁਲਾਇਆ। ਆਇਆ ਤਿਤ ਸਰਵਰੜੇ ਪਹਿਲੇ ਨਿਵਾਸਾ, ਆਇਆ ਪੰਕਜ ਮੋਹ ਪਗ ਨਹੀਂ ਚਾਲੇ। ਵੀ ਮਾਇਆ ਦੇ ਮੋਹ ਦੇ ਵਿੱਚ ਇੰਨੀ ਮੇਰੀ ਸੁਰਤੀ, ਇੰਨਾ ਮੇਰਾ ਧਿਆਨ ਖੁੱਭਿਆ ਪਿਆ ਦਿਨ ਰਾਤ ਇਸ ਅੱਗ ਦੇ ਸਮੁੰਦਰ ਦੇ ਵਿੱਚ। ਨਾਲੇ ਤਾਂ ਮੈਂ ਜਲੀ ਬਲੀ ਜਾਨਾ, ਨਾਲੇ ਤਾਂ ਮੇਰੇ ਮਨ ਨੂੰ ਅੱਗ ਲੱਗੀ ਹੋਈ ਹੈ, ਪਰ ਮੋਹ ਕਰਕੇ ਮੈਂ ਛੱਡ ਵੀ ਨਹੀਂ ਸਕਦਾ। ਆਪਾਂ ਅਕਸਰ ਆਪਣੇ ਘਰਾਂ 'ਚ ਸੁਣੀਦਾ
ਬਜ਼ੁਰਗ ਪਤਾ ਕੀ ਕਹਿਣਗੇ ਕਈ ਵਾਰੀ ਵੀ ਫਲਾਣੇ ਇੰਨੇ ਸਾਲ ਪਹਿਲਾਂ ਨਾ ਉਹ ਫਲਾਣੀ ਜ਼ਮੀਨ ਨਾ ਇੰਨੀ ਸਸਤੀ ਮਿਲਦੀ ਸੀ, ਜੇ ਕਿਤੇ ਉਦੋਂ ਲਈ ਹੁੰਦੀ ਤਾਂ ਅੱਜ ਪਤਾ ਨਹੀਂ ਕਿੰਨੇ ਕਰੋੜ ਹੋਏ। ਆਇਆ ਮਾਇਆ ਦਾ ਮੋਹ, ਜਿਹਦੇ ਕਰਕੇ ਇੰਨੇ ਸਾਲ ਕਿੰਨੇ ਵਰੇ ਲੰਘ ਗਏ, ਤੂੰ ਉਸ ਮਾਇਆ ਦੇ ਮੋਹ ਦੇ ਵਿੱਚ ਇਹ ਧਸੇ ਹੋਏ ਦੀ ਨਿਸ਼ਾਨੀ ਹੈ ਜਿਹੜਾ ਮੁੜ ਮੁੜ ਕੇ ਕਿਸੇ ਚੀਜ਼ ਦਾ ਧਿਆਨ ਕਰੇ ਵੀ ਮੈਂ ਆ ਵੀ ਲੈ ਲਾ, ਮੈਂ ਆ ਵੀ ਲੈ ਲੈਂਦਾ, ਮੈਂ ਇੰਨਾ ਅਮੀਰ ਹੋ ਜਾਂਦਾ। ਇਹ ਨਿਸ਼ਾਨੀਆਂ ਨੇ ਇਸ ਅੱਗ ਦੇ ਸਮੁੰਦਰ ਦੇ ਵਿੱਚ ਖੁੱਭੇ ਹੋਇਆਂ ਦੀਆਂ, ਇਸ ਅੱਗ ਦੇ ਸਮੁੰਦਰ ਦੇ ਵਿੱਚ ਖੁੱਭੇ ਹੋਇਆਂ ਦੀਆਂ ਤੇ ਜਲੇ ਹੋਇਆਂ ਦੀਆਂ। ਉਹ ਜਿਹੜਾ ਅਫਸੋਸ ਸਾਡੇ ਮਨ 'ਚ ਆਉਂਦਾ ਕਿ ਆ ਮੈਨੂੰ ਇੰਨਾ ਫਾਇਦਾ ਹੋ ਜਾਣਾ ਸੀ, ਆ ਮੈਨੂੰ ਘਾਟਾ ਪੈ ਗਿਆ, ਆ ਝੋਰੇ ਜਿਹੜੇ ਨੇ ਇਹ ਸਾਡੇ ਮਨ ਦੇ ਮੱਚੇ ਹੋਏ ਦੀ ਨਿਸ਼ਾਨੀ ਆ। ਇਹ ਆਪਾਂ ਸਾਰਿਆਂ ਨੇ ਜਿੰਨੇ ਇੱਥੇ ਬੈਠੇ ਆ, ਆਪਾਂ ਸਾਰਿਆਂ ਨੇ ਇਸ ਚੀਜ਼ ਨੂੰ ਆਪਣੇ ਆਪ ਨੂੰ ਅੰਦਰੋਂ ਦੇਖਣਾ ਵੀ ਇਸ ਅੱਗ ਦੇ ਸਮੁੰਦਰ ਦੇ ਵਿੱਚ, ਸੰਸਾਰ ਦੇ ਵਿੱਚ, ਮੋਹ ਦੇ ਵਿੱਚ, ਮਾਇਆ ਦੇ ਮੋਹ ਕਰਕੇ ਅਸੀਂ ਇੱਥੇ ਕਿੰਨੇ ਕੁ ਖੁੱਬੇ ਪਏ ਆ ਤੇ ਕਿੰਨੇ ਕੁ ਮੱਚੇ ਪਏ ਆ। ਕਿ ਸਾਡੇ ਮਨ ਨੂੰ ਮਾੜਾ ਮੋਟਾ ਕੋਈ ਸੁੱਖ, ਕੋਈ ਚੈਨ ਦੀ ਘੜੀ ਨਸੀਬ ਹੁੰਦੀ ਆ? ਇਹ ਆਪਾਂ ਸਾਰਿਆਂ ਨੇ ਦੇਖਣਾ। ਤੇ ਜੇ ਸਾਡਾ ਮਨ ਜਲਿਆ ਹੋਇਆ ਨਾ ਹਰ ਵੇਲੇ ਅਫਸੋਸ ਦੇ ਵਿੱਚ, ਝੋਰਿਆਂ ਦੇ ਵਿੱਚ, ਧੋਖਿਆਂ ਦੇ ਵਿੱਚ, ਤਾਂ ਸਾਨੂੰ ਇਹ ਚੀਜ਼ ਦੀ ਸਮਝ ਆ ਜਾਣੀ ਚਾਹੀਦੀ ਆ ਵੀ ਅਸੀਂ ਕਿਤੇ ਨਾ ਕਿਤੇ ਮਾਇਆ ਦੇ ਮੋਹ ਦੇ ਵਿੱਚ, ਇਸ ਸੰਸਾਰ ਦੀ ਅੱਗ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਜਲੇ ਹੋਏ ਹਾਂ। ਇਹ ਸਾਰੇ ਨੇ ਆਪਾਂ ਦੇਖਣਾ ਆਪੋ ਆਪਣੇ ਅੰਦਰ। ਤਾਂ ਗੁਰੂ ਸਾਹਿਬ ਕਹਿ ਰਹੇ ਆ ਪੰਕਜ ਮੋਹ, ਪੰਕਜ ਹੁੰਦਾ ਚਿੱਕੜ, ਮਾਇਆ ਦੇ ਮੋਹ ਦਾ ਚਿੱਕੜ ਆ ਇੱਥੇ। ਆ ਗੁਰੂ ਸਾਹਿਬ ਨੇ ਆਪ ਹੀ ਇਹ ਸ੍ਰਿਸ਼ਟੀ ਬਣਾਈ ਆ, ਆਪ ਹੀ ਇਹ ਸੰਸਾਰ ਬਣਾਇਆ, ਆਪ ਹੀ ਦੱਸ ਰਹੇ ਆ। ਜਿਹਨੂੰ ਕੱਢਣਾ ਉਹਦੇ ਲਈ ਆ ਇਹ ਉਪਦੇਸ਼। ਪੰਕਜ ਮੋਹ ਪੱਗ ਨਹੀਂ ਚਾਲੇ, ਮੇਰੇ ਹੁਣ ਪੈਰ ਨਹੀਂ ਤੁਰਦੇ, ਮੇਰੀ ਸੁਰਤ ਨਹੀਂ ਤੁਰਦੀ, ਮੇਰੇ ਸੁਰਤ ਦੇ ਪੈਰ ਕੰਮ ਕਰਨੋਂ ਹਟ ਗਏ, ਇੰਨਾ ਜ਼ਿਆਦਾ ਮੈਂ ਖੁੱਭ ਗਿਆ ਇਸ ਦਲਦਲ ਦੇ ਵਿੱਚ। ਪੰਕਜ ਮੋਹ ਪੱਗ ਨਹੀਂ ਚਾਲੇ, ਹਮ ਦੇਖਾ ਤੈਂ ਡੂਬੇ ਵਾਲੇ। ਗੁਰੂ ਸਾਹਿਬ ਕਹਿੰਦੇ ਮੈਂ ਦੇਖੀ ਜਾਂਦਾ ਸਾਰਾ ਸੰਸਾਰ ਇਸ ਅਗਨ ਸਾਗਰ ਦੇ ਵਿੱਚ ਮਾਇਆ ਦੇ ਮੋਹ ਕਰਕੇ ਮਹਾਰਾਜ ਕਹਿੰਦੇ ਸਾਰੇ ਡੁੱਬੀ ਜਾ ਰਹੇ ਆ। ਤੇ ਜਦੋਂ ਸਾਡਾ ਸਰੀਰ ਕਿਤੇ ਦਲਦਲ 'ਚ ਫਸਦਾ ਤਾਂ ਉੱਥੇ ਧਸਿਆ ਰਹਿ ਜਾਂਦਾ ਹੈ, ਉੱਥੇ ਹੀ ਮਰ ਜਾਂਦਾ ਹੈ। ਤੇ ਜਿਹੜੀ ਸਾਡੀ ਜੀਵ ਆਤਮਾ, ਇਹ ਸਾਰਾ ਸ਼ਬਦ, ਸਾਰਾ ਉਪਦੇਸ਼ ਸਾਡੀ ਜੀਵ ਆਤਮਾ ਨੂੰ ਆ। ਗੁਰੂ ਸਾਹਿਬ ਕਹਿੰਦੇ ਉਹ ਤੇਰੀ ਜੀਵ ਆਤਮਾ ਡੁੱਬ ਗਈ ਓਏ ਬੰਦਿਆ। ਤੇ ਡੁੱਬਣਾ ਕੀ ਆ? ਧਰਮਰਾਜ ਕੋਲ ਜਾਣਾ। ਦੋ ਹੀ ਰਾਹ ਨੇ, ਆਪਾਂ ਪਹਿਲਾਂ ਜਿੱਦਾਂ ਜ਼ਿਕਰ ਕੀਤਾ, ਜਾਂ ਅੰਮ੍ਰਿਤ ਧਾਰੀ ਜਾਂ ਮਾਇਆ ਧਾਰੀ, ਤੀਜਾ ਰਾਹ ਨਹੀਂ ਹੈ। ਲਿਵ ਧਾਤ ਦੋਵੇਂ ਰਾਹ ਹੈ, ਦੋ ਹੀ ਰਾਹ ਬਣਾਇਆ ਰੱਬ ਨੇ, ਤੀਜਾ ਰਾਹ ਨਹੀਂ ਬਣਾਇਆ ਇਸ ਸ੍ਰਿਸ਼ਟੀ 'ਚ। ਗੁਰੂ ਸਾਹਿਬ ਕਹਿੰਦੇ ਜਿਹੜਾ ਗੁਰਮੁਖ ਵਾਲਾ ਰਾਹ ਹੈ, ਅੰਮ੍ਰਿਤ ਧਾਰੀ ਰਾਹ, ਅੰਮ੍ਰਿਤ ਧਾਰੀ ਵਾਲਾ ਰਾਹ ਹੈ, ਰੱਬ ਦੇ ਨਾਮ ਲੈਣ ਵਾਲਾ ਰਾਹ ਹੈ, ਉਹ ਹੈਗਾ ਲਿਵ ਦਾ ਰਾਹ, ਗੁਰੂ ਸਾਹਿਬ ਦਾ ਰਾਹ, ਸੱਚਖੰਡ ਦਾ ਰਾਹ, ਤਰਨ ਦਾ ਰਾਹ। ਤਰਨਾ ਮਤਲਬ ਸੱਚਖੰਡ ਜਾਣਾ, ਡੁੱਬਣਾ ਧਰਮਰਾਜ ਦੀ ਕਚਹਿਰੀ 'ਚ ਜਾਣਾ, ਉੱਥੇ ਲੇਖਾ ਦੇਣਾ।
मायाधारी बन के मनमुख रह के उन्होंने कह रहे गुरु साहब, हम देखा तै डूबे वाले, ओए मना मूर्खा, ए मेरी आत्मा, ए मनमुख दी आत्मा जिन्हें अजे तो गुरु साहब का अमृत का नाम नहीं लिया। गुरु साहब कहते मैं देख रहा, पक्के डुब गए। वो धर्मराज के राह से गए, धर्मराज की कचहरी जाना पैना, उन्होंने लेखा देना पैना। धर्मराज की कचहरी कुट्टा मारा दुख का नाम है। ते गुरु साहब की कचहरी सचखंड है, उथे नाम मिलना, उथे गले च सरोपा पा देना। पाए गल खासा है, उथे तो शरीर छड्डदियां सारी सरोपा पै जाना ऑटोमैटिक साडी जीव आत्मा नूं। परंतु ऐ शब्द दे विच सानू गुरु नानक पातशाह जी किरपा करके सुचेत कर रहे हैं भी मैं देख रहा संसार डुबी जा रहा है, आत्मावां डुबी जा रही हैं, धर्मराज के राह ते जा रही हैं। पंकज मोह पग नहीं चाले, थोड़ी जी होर विचार ये बारे कर लिए। मोह कादा कादा, किन्ना किन्ना भैड़ा मोह आ, जिन्ना पसारा नजर आ रहा है, जिन्ना दिसदा होया संसार है, ये सब माया जिहड़ा गुरु साहब भुला देवे। गुरु साहब दे याद रह के साडे मन दे विच गुरु साहब की याद दे नाल उन्हां दा सिमरन होवे, फिर ये संसार माया नहीं रह जूगा। जे गुरु साहब तो यह नाम की दात लैके इस संसार नूं देखूगा, उन्हां च रहे माया। गुरु साहब कहते हैं मोती तां मंदिर उसरै, रतनी तां होए जड़ाओ। इन्ना कुछ होवे, हीरे मोती होण, हीरे मोतियां दे हार होण, ਇਹ माया दे मोह की गल हो रही है भी बंदा साडी जीव आत्मा, बंदा जीव आत्मा ही बंदा है, बाहरला मिट्टी का शरीर बंदा नहीं है। इनू नहीं बंदा लिखिया गुरबाणी च। इस माया दे मोह दे विच बंदा, साडी जीव आत्मा किद्दां किद्दां फसदी है। कई थोड़ियां जिहियां चीज़ां दे नाम लए ने गुरु साहब ने शब्द च। मोती तां मंदिर उसरै, रतनी तां होए जड़ाओ। कस्तूर कुंगू अगर चंदन लीप आवे चाओ। हीरियां दे मोतियां दे कहंदे वड्डे वड्डे घर छत ला, छत्ते होण भावें, साडे कोल ते अजे माड़े माड़े जे वो असीं हार जे लई फिरदे हां, तिजोरियां च रखे। गुरु साहब कहंदे हीरे मोती सोना चांदी दे रत्ना दे वड्डे वड्डे महल उसारे होण, ते उन्हां दे विच कस्तूरी दी होर, परफ्यूम दी होर सुगंधी आउंदी होवे, इन्ना उहदे विच चंदन ते होर सारा कुछ वरतिया होवे। मत देख भूला वीसरै, तेरा चित ना आवे नाओ। गुरु साहब कहंदे मना कहते गुरु नूं ना भुल जी, इन्ना कुछ हुंदे होए भी। ये सानू उपदेश कर रहे भी इस संसार दे विच रहिंदियां सारी माया हंडाउंदियां मन ते केवल गुरु साहब दा ही आसरा रखना है। जे महाराज हीरे मोती वरतन नूं दे देण तां महाराज दा जाण के महाराज दा धन्नवाद हिरदे दे विच धारण करके तां ओह वरत लैणे आ, पर आप दा हक नहीं जमाउणा उन्हां ते भी। ये मेरे है, ਜਿਹੜੀ चीज़ ना असीं मैं मेरी लाती समझ लो पैर होर इस अगन सागर समुंदर दे विच होर साडा गहरा धस गया, होर साडे लई निकलना औखा हो गया। हर बिन जियो जल बल जाओ। महाराज कहंदे
मत देख भूला विसरै तेरा चित ना आवे नाओ। मना देखी किते हर बिन जियो जल बल जाओ। मना ए जियो ए आत्मा गुरु साहब नूं भुला के तू जल बल जावेगा, मच जाएगा, बहुत दुख उठाएगा। मैं अपना गुर पूछ देखिया अवर ना ही था। गुरु नानक पातशाह जी कहते आप ही गुरु ने रब नूं संबोधन हो के सानू मत दे रहे ने, परंतु आप ही सोझी दे रहे। गुरु साहब ते नहीं लागू करनी भी उन्होंने यदी लोड़ आ पंक्ति की, वो सानू छोटे बच्चों नूं साडी लैवल ते आके सानू समझा रहे हैं भी होर थां नहीं हैगी गुरु साहब दे अलावा। होर किसी चीज़ दे नाल मोह ना पा ली, गुरु साहब नाल ही मोह पा ली, फिर बचेगा तू। फिर बंदिया ए जीव आत्मा फिर ही तेरा बचाया इस अग दे समुंदर दे विचों। मन एक न चेतिस मूढ़ मन, हर बिसरत तेरे गुण गलिया। मन की थोड़ी जी आप गल कर लीए। सारी दुनिया अज की तरीक च इन्नी औखी आ ना, सारी दुनिया यही कहती आ मन नूं किवें काबू करिए। असीं पाठ करन बहिने आ, सिमरन करन बहिने आ, मन नहीं लगता, मन बाहर नूं भजदा। ये सब तो वड्डा सवाल है, सिर्फ ऐस इलाके च नहीं पूरी दुनिया दे विच। कुछ डॉक्टरी पेशा होने करके जदों मरीजां तो सानू सुनन नूं मिलदा है भी साडा माइंड है जिहड़ा साडा मन है ये खड़दा नहीं किते, इनू किवें काबू करिए। हाथ च गुटका फड़ के बहने आ, मन काबू ही नहीं आता, ऐ कहते हैं मरीज। तो होर सारी दुनिया ही अज की तरीक च सब तो ज़्यादा इस बीमारी की ग्रसी हुई है भी मन नहीं टिकता। वो इस करके नहीं टिकता क्योंकि अजे सानू मन का ही नहीं पता मन है कि, ते मन नू गोली की वजी है, मन नू होया की है। आओ बिना टूक मात्र मन बारे समझिए, क्योंकि मन ने ही गुरु साहब की गल मननी है, मन ने ही गुरु साहब के राह ते चलना है, मन ने ही मनना है। मना तू गुरु साहब तो गुरमंत्र ले ला, मन ने ही सारी गुरबाणी समझनी है। आओ मन देखिए की है, मन देखना बहुत जरूरी है। गुरु साहब गुरबाणी दसदे आ, सनकाद नारद मुन सेखा तिन भी तन में मन नहीं पेखा। कहते एडे वड्डे वड्डे इंद्र मुनिंद्र ते होर इन्ने ऋषि मुनि होए, कहते उन्होंने भी मन का नहीं पता लग्या, उन्होंने भी नहीं मन का पता लग्या, उन्होंने भी नहीं अपना कभी मन देखा, ना कभी पढ़िया भी साडे मन च की चलता है। फिर इस मन को कोई खोजो भाई। गुरु साहब सानू प्रेरणा कर रहे हैं, ओए मन नू खोज, फिर तेनू पता लगू मन की आ, तेनू अग की लगी आ, ये दुखी क्यों आ। इस मन को कोई खोजो भाई, तन छूटे मन कहाँ समाई। गुर प्रसादी जय देव नामा, भगत कै प्रेम इन ही है जाना। इस मन को नहीं आवन जाना, जिसका भरम गया तिन साच पछाना। मन गुरु साहब की कृपा नाल जिन्नी क सच्चे पातशाह जी ने सोझी बख्शी है, इस गिरम जंत नूं
ਸਾਧ ਸੰਗਤ ਜੀ, ਮਨ ਸਾਡੀ ਜੀਵ ਆਤਮਾ ਦਾ ਹੀ ਹਿੱਸਾ ਹੈ। ਸਾਡੀ ਜੀਵ ਆਤਮਾ ਦੀ ਸੋਚਣ ਸ਼ਕਤੀ ਹੈ, ਜਿਹੜੀ ਸਾਡੀ ਜੀਵ ਆਤਮਾ ਦੀ ਜਿਹੜੀ ਸੁਰਤੀ ਹੈ, ਉਹਨੂੰ ਮਨ ਕਹਿੰਦੇ ਆ। ਜਦੋਂ ਹੀ ਸਾਡੀ ਜੀਵ ਆਤਮਾ ਨੂੰ ਆ ਬਾਹਰਲਾ 5 ਤੱਤਾਂ ਦਾ ਸਰੀਰ ਮਿਲ ਜਾਂਦਾ ਹੈ, ਉਦੋਂ ਮਨ ਹਰਕਤ 'ਚ ਆ ਜਾਂਦਾ ਹੈ। ਜਦੋਂ ਆ ਬਾਹਰਲਾ ਸਰੀਰ ਨਹੀਂ ਹੈਗਾ ਤੇ ਫਿਰ ਆਤਮਾ ਹੀ ਹੈ ਸਾਰੀ, ਤੇ ਆਤਮਾ ਤੇ ਮਨ ਉਦੋਂ ਇੱਕ ਨੇ। ਜਦੋਂ ਸਾਨੂੰ ਤੋਂ ਭਾਵ ਸਾਡੀ ਜੀਵ ਆਤਮਾ ਨੂੰ ਆ ਬਾਹਰਲਾ 5 ਤੱਤਾਂ ਦਾ ਮਿੱਟੀ ਦਾ ਬਊਆ ਜਦੋਂ ਤੋਂ ਮਿਲ ਜਾਂਦਾ ਹੈ, ਉਦੋਂ ਮਨ ਹਰਕਤ 'ਚ ਆ ਜਾਂਦਾ ਹੈ। ਕੀ ਹਰਕਤ 'ਚ ਆ ਜਾਂਦਾ ਹੈ? ਇਹਨੂੰ ਭਰਮ ਪੈ ਜਾਂਦਾ ਹੈ। ਕਾਹਦਾ? ਮੈਂ ਆ 5 ਤੱਤਾਂ ਦਾ ਸਰੀਰ ਆ ਕਿ ਮੈਂ ਹੋਰ ਕੁਛ ਆ? ਮੈਂ ਆ ਮਿੱਟੀ ਦਾ ਬਊਆ ਆ ਕਿ ਮੈਂ ਜੀਵ ਆਤਮਾ ਆ? ਤਾਂ ਗੁਰੂ ਸਾਹਿਬ ਕਹਿੰਦੇ ਆ, ਮਨ ਤੂੰ ਕੀ ਆ? ਮਨ ਤੂੰ ਜੋਤ ਸਰੂਪ ਹੈ। ਸੋ ਮਨ ਕੀ ਹੈ? ਸਾਡੀ ਜੀਵ ਆਤਮਾ ਦਾ ਹੀ ਹਿੱਸਾ ਹੈ, ਜਾਂ ਇਉਂ ਕਹਿ ਲਓ ਸਾਡੀ ਜੀਵ ਆਤਮਾ ਹੀ ਹੈ। ਸਾਡੇ ਮਨ ਦੀ ਜਿਹੜੀ ਮਾਂ ਹੈ ਨਾ, ਉਹ ਸਾਡੀ ਜੀਵ ਆਤਮਾ ਹੈ। ਪਰ ਜਦੋਂ ਆ ਮਿੱਟੀ ਦਾ ਪੁਤਲਾ ਜਦੋਂ ਨਾਲ ਮਿਲ ਗਿਆ ਨਾ, ਮਨ ਇਹਦੇ ਪਾਸੇ ਦੀ ਖੇਡ ਖੇਡਣ ਲੱਗ ਪਿਆ ਵੀ ਮੈਂ ਹੁਣੇ ਆਹੀ ਹਾਂ। ਫਿਰ ਦਿਨ ਰਾਤ ਮਨ ਸੋਚਦਾ ਵੀ ਮੈਂ ਹੁਣ ਐਸ ਮਿੱਟੀ ਦੇ ਬਊਏ ਨੂੰ ਕਿੱਦਾਂ ਸਾਂਭਾਂ। ਏਦਾਂ ਮਨ ਉਲਝ ਜਾਂਦਾ। ਸੀਗਾ ਕੀ? ਆਤਮਾ ਦਾ ਪੁੱਤ ਬਣ ਕਿਹਦਾ ਪੁੱਤ ਗਿਆ? ਆ ਮਾਇਆ ਦੇ ਸਰੀਰ ਦਾ ਪੁੱਤ। ਇਹ ਸਰੀਰ ਸਭ ਮੂਲ ਹੈ ਮਾਇਆ। ਆ ਬਾਹਰਲਾ ਆਪਾਂ ਸਾਰਿਆਂ ਦੀਆਂ ਜਿੰਨੇ ਬਾਹਰਲੇ ਸਰੀਰ ਆਪਾਂ ਜੈਕਟ ਪਾਈ ਹੋਈ ਆ ਸਾਡੀ ਆਤਮਾ ਨੇ, ਇਹ ਸਾਰੀ ਮਾਇਆ ਦਾ ਸਰੀਰ ਆ। ਤੇ ਜਦੋਂ ਆਤਮਾ ਦਾ ਪੁੱਤ ਮਨ ਆਪਣੇ ਆਪ ਨੂੰ ਮਾਇਆ ਦਾ ਪੁੱਤ ਸਮਝ ਬੈਠੇ, ਮਤਰੇਈ ਮਾਂ ਦਾ ਬਣ ਗਿਆ ਕਿ ਨਹੀਂ? ਤੇ ਮਤਰੇਈ ਮਾਂ ਤੋਂ ਸਾਨੂੰ ਕਿੱਥੋਂ ਸੁੱਖ ਮਿਲ ਜੂ? ਸਾਡੇ ਮਨ ਦੀ ਅਸਲ ਮਾਂ ਕੀ ਸੀ? ਜੀਵ ਆਤਮਾ। ਤੇ ਮਨ ਮਾਂ ਕਿਹਨੂੰ ਸਮਝ ਬੈਠਾ? ਮਤਰੇਈ ਮਾਂ, ਬਾਹਰਲੀ ਮਾਇਆ ਦੇ ਸਰੀਰ ਨੂੰ, ਮਾਇਆ ਨੂੰ ਆਪਣੀ ਮਾਂ ਸਮਝ ਬੈਠਾ। ਤੇ ਇਹਦਾ ਬਾਹਰਲਾ ਸਰੀਰ ਰਹਿਣਾ ਨਹੀਂ। ਤੇ ਉਦੋਂ ਮਨ ਨੂੰ ਜਾਗ ਆਉਣੀ ਹੈ। ਉਹ ਕਿੱਥੇ ਰਹਿ ਗਿਆ ਜਿਹਨੂੰ ਮੈਂ ਅੱਜ ਤੱਕ ਸਮਝੀ ਬੈਠਾ ਸੀ ਵੀ ਮੈਂ ਉਹੀ ਹਾਂ, ਮੈਂ ਉਹਦਾ ਪੁੱਤ ਹਾਂ। ਜਿੱਦਣ ਸਾਡੀ ਮੌਤ ਹੋਣੀ ਆ, ਬਾਹਰਲੇ ਸਰੀਰ ਨੇ ਸੇਵਿਆਂ ਨੂੰ ਜਾਣਾ, ਜਿੱਦਣ ਜਾਂ ਕਬਰਾਂ ਨੂੰ ਜਾਣਾ, ਉਦਣ ਮਨ ਨੂੰ ਜਾਗ ਆਉਣੀ ਆ ਕਿ ਮੈਂ ਕਿਹਦਾ ਪੁੱਤ ਸੀ ਤੇ ਮੈਂ ਬਣਿਆ ਕਿਹਦਾ ਪੁੱਤ ਰਿਹਾ। ਪੁੱਤ ਨੂੰ ਜਿਹੜਾ ਸੱਚਾ ਲਾਡ ਪਿਆਰ ਹੁੰਦਾ, ਉਹਦੀ ਸਗੀ ਮਾਂ ਕਰਦੀ ਆ ਕਿ ਉਹ ਮਤਰੀ ਮਾਂ ਤੇ ਉਹਨੂੰ ਉਹ ਪਿਆਰ ਮਿਲਣਾ। ਆਹ ਸੋਝੀ ਗੁਰੂ ਸਾਹਿਬ ਦਿੰਦੇ ਆ। ਉਹੀ ਨਾਮ ਦੀ ਦਾਤ 5 ਪਿਆਰਿਆਂ ਤੋਂ ਲੈਂਦਾ, ਅੰਮ੍ਰਿਤ ਦੀ ਦਾਤ। ਜਿਹੜੇ ਮਨ ਨੂੰ ਇਹ ਯਾਦ ਆ ਜਾਂਦਾ, ਓਏ ਤੂੰ ਆਤਮਾ ਦਾ ਪੋਤਾ, ਓਏ ਆ ਬਾਹਰਲੇ ਸਰੀਰ ਦੇ ਮਾਇਆ ਦਾ ਪੁੱਤ ਨਾ ਬਣ ਜੀ ਕਿਤੇ। ਇਹਨੇ ਖਪਾ ਦੇਣਾ ਮਾਇਆ। ਮਤਰੇਈ ਮਾਂ ਬਹੁਤ ਦੁਖੀ ਕਰਦੀ ਆ। ਜਿਹਦੀ ਜ਼ਿੰਦਗੀ ਦੇ ਵਿੱਚ ਵੀ ਮਤਰੇਈ ਮਾਂ ਸੁਣਨਾ ਚਾਹੁੰਦਾ, ਜਿੱਦਾਂ ਦੀਆਂ ਸੰਗਤਾਂ ਨਾਲ ਜਦੋਂ ਵਿਚਰੀਦਾ, ਜਿੱਦਾਂ ਦੀਆਂ ਸੁਣਨ ਨੂੰ ਮਿਲਦੀਆਂ ਗੱਲਾਂ, ਮਤਰੇਈ ਮਾਂ ਵਰਗਾ ਦੁਸ਼ਮਣ ਕੋਈ ਨਹੀਂ ਪੁੱਤ ਦਾ, ਧੀ ਦਾ। ਸੋ ਉਹੀ ਨਾਮ ਦੀ ਦਾਤ ਸਮਝੂਗਾ, ਉਹੀ ਨਾਮ ਦੀ ਮਹਿਮਾ ਸਮਝੂਗਾ, ਉਹੀ ਗੁਰੂ ਸਾਹਿਬ ਕੋਲੋਂ ਆ ਕੇ ਤਰਲੇ ਲੈ ਕੇ ਨਾਮ ਦੀ ਦਾਤ ਲਊਗਾ, ਜਿਹਨੂੰ ਯਾਦ ਆ ਜਾਊਗਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮੈਂ ਤਾਂ ਤੁਹਾਡਾ ਪੁੱਤ ਹਾਂ, ਮੈਂ ਮਤਰੇਈ ਮਾਂ ਬਾਹਰਲੇ ਸਰੀਰ ਮਗਰ ਕਿਉਂ ਲੱਗਾ ਰਵਾਂ ਹੋਰ। ਸੋ ਇਹ ਗੱਲ ਮਨ ਦੇ ਬਾਰੇ ਸਮਝਣੀ ਬਹੁਤ ਜ਼ਰੂਰੀ ਆ। ਸੋ ਮਨ ਕੀ ਆ?
ਸਾਡੀ ਜੀਵ ਆਤਮਾ ਦਾ ਹੀ ਪੁੱਤ ਆ, ਬਾਹਰਲੇ ਸਰੀਰ ਦਾ ਪੁੱਤ ਨਹੀਂ ਹੈ। ਪਹਿਲੀ ਗੱਲ। ਦੂਜੀ ਗੱਲ, ਇਹਨੂੰ ਗੋਲੀ ਕੀ ਵੱਜੀ ਆ ਸਾਡੇ ਮਨ ਨੂੰ। ਮਰੀਜ਼ ਆ ਕੇ ਕਹਿੰਦੇ ਆ ਜੀ ਮਨ ਨਹੀਂ ਟਿਕਦਾ, ਇੱਥੋਂ ਗੁਟਕਾ ਫੜਿਆ ਹੁੰਦਾ, ਪਾਠ ਕਰ ਰਹੇ ਹੁੰਦੇ ਆ ਤੇ ਮਨ ਪਤਾ ਨਹੀਂ ਦੁਕਾਨ ਤੇ ਬੈਠਾ ਕੀ ਵੇਚੀ ਜਾ ਰਿਹਾ ਹੁੰਦਾ, ਮੂੰਹ ਤੇ ਬਾਣੀ ਪੜ੍ਹ ਰਹੇ ਹੁੰਦੇ ਆ। ਮੈਂ ਤਾਂ ਜੀ ਅੱਜ 2 ਸੁਖਮਨੀ ਸਾਹਿਬ ਦੇ ਪਾਠ ਕੀਤੇ ਆ, ਮੇਰੇ ਤਾਂ ਅੰਦਰ ਅਜੇ ਵੀ ਅੱਗ ਲੱਗੀ ਹੋਈ ਆ। ਤੇ ਕਿਉਂ ਹੁੰਦਾ? ਕਿਉਂ? ਸਾਡੇ ਮਨ ਨੂੰ ਪਤਾ ਹੀ ਨਹੀਂ ਆਪਦੇ ਅਸਲ ਦਾ। ਤੇ ਅੱਗ ਕਿਉਂ ਲੱਗੀ ਹੋਈ ਆ? ਆ ਬਾਹਰਲਾ ਸਰੀਰ ਔਗਣਾ ਦੀ ਮਾਂ ਹੈ, ਆ ਮਾਇਆ ਦਾ ਸਰੀਰ। ਤੇ ਜਦੋਂ ਮਨ ਇਹਨੂੰ ਆਪਣਾ ਸਮਝ ਲੈਂਦਾ, ਆਪਣੀ ਮਾਂ ਸਮਝ ਲੈਂਦਾ, ਉਹ ਵੀ ਅੱਗ ਦੇ ਨਾਲ ਮੱਚ ਜਾਂਦਾ, ਉਹ ਵੀ ਔਗਣਾ ਦੇ ਨਾਲ ਭਰਿਆ ਜਾਂਦਾ। ਹੁਣ ਜਿਹਨੂੰ ਅੱਗੇ ਮਹਾਰਾਜ ਦੱਸਣਗੇ, ਹਰ ਬਿਸਰਤ ਤੇਰੇ ਗੁਣ ਗਲਿਆ। ਸੀਗਾ ਗੁਣਾ ਦਾ ਪੁੱਤ, ਆਤਮਾ ਦਾ ਪੁੱਤ ਸੀ ਮਨ, ਤੇ ਮਾਇਆ ਦੇ ਮਗਰ ਲੱਗ ਕੇ ਗੁਰੂ ਨੂੰ ਠੁੱਡ ਮਾਰ ਕੇ ਗੁਰੂ ਦੇ ਰਾਹ ਨੂੰ ਛੱਡ ਕੇ ਤੇ ਮੱਚਿਆ ਪਿਆ, ਅੱਗ ਲੱਗੀ ਪਈ। ਜਦੋਂ ਅੱਗ ਲੱਗ ਜੇ ਨਾ ਕਿਸੇ ਨੂੰ, ਮਾੜਾ ਜਿਹਾ ਮੂੰਹ ਨੂੰ ਹੀ ਅੱਗ ਲੱਗ ਜੇ ਕਿਤੇ, ਤੇ ਕਿੱਦਾਂ ਪਾਣੀ, ਕਿਵੇਂ ਪਾਣੀ ਲੱਭਦੇ ਜਦੋਂ ਪਿਆਸ ਲੱਗੀ ਹੋਵੇ। ਅੱਗ ਆਪਾਂ ਕਹਿੰਦੇ ਨਹੀਂ ਅੱਗ ਲੱਗੀ ਯਾਰ ਪਾਣੀ ਦਿਓ ਛੇਤੀ। ਤੇ ਜਦੋਂ ਸਿਰ ਤੋਂ ਲੈ ਕੇ ਪੈਰ ਤੱਕ ਮਾਇਆ, ਮਨ ਨੂੰ, ਮਾਇਆ ਦੇ ਪੁੱਤ ਬਣੇ ਨੂੰ ਅੱਗ ਲੱਗੀ ਆ, ਫਿਰ ਤਾਂ ਕੋਈ ਫਾਇਰ ਬ੍ਰਿਗੇਡ ਹੀ ਲਿਆਉਣੀ ਪੈਣੀ ਆ, ਫੇਰ ਹੀ ਇਹਦੀ ਅੱਗ ਬੁਝੂ, ਫੇਰ ਹੀ ਇਹਦਾ ਬਾਣੀ ਪੜ੍ਹਦਾ ਜਿਹੜੀ ਉਹਦੇ 'ਚ ਧਿਆਨ ਲੱਗੂਗੀ, ਫੇਰ ਹੀ ਉਹ ਸ਼ਬਦਾਂ 'ਚ ਉਪਦੇਸ਼ 'ਚ ਕੀ ਲਿਖਿਆ ਫੇਰ ਹੀ ਮਨ ਜੁੜੂ, ਜੇ ਉਹ ਟਿਕਿਆ ਹੋਊਗਾ। ਮਨ ਨੂੰ ਅੱਗ ਲੱਗੀ ਆ, ਪੜ੍ਹੀ ਜਾਣਾ ਮੈਂ ਬਾਣੀ, ਮਨ ਨੂੰ ਕਿੱਥੋਂ ਆਰਾਮ ਆ? ਮਨ ਤੇ ਟੱਪਦਾ ਪਿਆ, ਸਿਰ ਤੋਂ ਲੈ ਕੇ ਪੈਰ ਤੱਕ ਅੱਗ ਲੱਗੀ ਆ। ਪਰ ਜਦੋਂ ਹੀ ਇਹ ਗੁਟਕਾ ਫੜਦਿਆਂ ਸਾਰ ਹੀ ਅੰਤਰ ਧਿਆਨ ਹੋ ਕੇ ਇੱਕ ਵਾਰੀ ਯਾਦ ਕਰੂਗਾ ਕਿ ਗੁਰੂ ਸਾਹਿਬ ਮੈਂ ਤੁਹਾਡਾ ਪੁੱਤ ਹਾਂ, ਆ ਬਾਣੀ ਤੁਹਾਡੀ ਆ, ਤੇ ਕਿਰਪਾ ਕਰਕੇ ਮੈਨੂੰ ਸਮਝਾਓ, ਮੇਰਾ ਮਨ ਟਿਕਾਓ। ਆ ਜਿਹੜਾ ਸਿੰਘ ਸਾਹਿਬ ਨੇ ਅਰਦਾਸ ਕੀਤੀ ਆ ਸਿਮਰਨ ਤੋਂ ਪਹਿਲਾਂ, ਧੰਨ ਆਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਕੇ ਮਨ ਟਿਕਾਓ। ਆਇਆ ਮਨ ਕਹਿੰਦਾ ਗੁਰੂ ਸਾਹਿਬ ਮੈਂ ਤੁਹਾਡਾ ਆ, ਮੈਂ ਮਾਇਆ ਦਾ ਪੁੱਤ ਨਹੀਂ ਆ, ਕਿਰਪਾ ਕਰਕੇ ਮੈਂ ਹੱਥ 'ਚ ਗੁਟਕਾ ਫੜਿਆ ਵਾ, ਮੇਰਾ ਮਨ ਟਿਕਾ ਦਿਓ ਤਾਂ ਕਿ ਟਿਕਿਆ ਹੋਇਆ ਮਨ ਟਿਕੀ ਹੋਈ ਬਾਣੀ ਨੂੰ ਪੜ੍ਹੇ ਤੇ ਸਮਝੇ। ਸੋ ਇਹ ਮਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਮਨ ਏਕ ਨਾ ਚੇਤੇ ਸਮੂੜ ਮਨ। ਹੁਣ ਮਨ ਨੂੰ ਮੂਰਖ ਦੱਸਦੇ ਆ, ਥਾਂ ਥਾਂ ਤੇ ਬਾਰ-ਬਾਰ ਮਨ ਨੂੰ ਸਾਰਾ ਕਸੂਰ ਦਿੰਦੇ ਆ ਗੁਰੂ ਸਾਹਿਬ। ਮਨ ਨੂੰ ਮੂਰਖ ਕਹਿੰਦੇ ਆ। ਮਨ ਮੂਰਖ ਕਾਹੇ ਪਿਲ ਲਾਈ ਹੈ? ਕਿਉਂ ਤੈਨੂੰ ਅੱਗ ਲੱਗੀ ਆ? ਕਿਉਂ ਖਪਿਆ ਪਿਆ? ਮਨ ਮੂਰਖ ਕਾਹੇ ਪਿਲ ਲਾਈ ਹੈ? ਪੂਰਬ ਲਿਖੇ ਕਾ ਲਿਖਿਆ ਪਾਈ ਹੈ। ਮਨ ਖੁਟਹਰ ਤੇਰਾ ਨਹੀਂ ਵਿਸਾਸ। ਗੁਰੂ ਸਾਹਿਬ ਕਹਿੰਦੇ ਆ ਮਨ ਡੰਗਰਾ ਤੇਰਾ ਭਰੋਸਾ ਹੀ ਨਹੀਂ, ਤੂੰ ਮਹਾ ਉਦਮਾਤਾ। ਮਾਇਆ ਦੇ ਮੋਹ ਦੀ ਸ਼ਰਾਬ ਪੀ ਕੇ ਤੂੰ ਇੰਨਾ ਗਰਕਿਆ ਪਿਆ, ਇੰਨਾ ਡਫਿਆ ਪਿਆ। ਸ਼ਰਾਬ ਪੀ ਕੇ ਕੋਈ ਡਿੱਗਾ ਹੋਵੇ ਨਾ, ਉਹਨੂੰ ਕੋਈ ਸੁਰਤ ਹੁੰਦੀ ਆ? ਭਾਵੇਂ ਮਾਰੀ ਚਲੋ ਚਪੇੜਾਂ ਘਸੁੰਨ ਮੁੱਕੀਆਂ, ਉਹਦੀ ਸਿਹਤ ਤੇ ਕੋਈ ਅਸਰ ਨਹੀਂ। ਕਿਉਂ? ਸੁਰਤੀ ਤਾਂ ਉਹਦੀ ਸ਼ਰਾਬ ਨੇ ਨਾਸ ਕੀਤੀ ਪਈ ਹੈ। ਉੱਦਾਂ ਹੀ ਅਸੀਂ ਵੀ ਮਾਇਆ ਦੇ ਮੋਹ ਦੀ ਸ਼ਰਾਬ ਦਿਨ ਰਾਤ ਪੀ ਕੇ ਸੁਰਤ ਗਵਾਈ ਬੈਠੇ ਹਾਂ। ਤਾਂ ਹੀ ਗੁਰਬਾਣੀ 'ਚ ਮਨ ਨਹੀਂ ਲੱਗਦਾ, ਨਾ ਹੀ ਸਮਝ ਆਉਂਦੀ ਹੈ ਮਹਾਰਾਜ ਦਾ ਉਪਦੇਸ਼ ਕੀ ਹੈ। ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਤਾ।
खर का पैखर तो छूटे जो ऊपर लाता। ਆਪਾਂ ਇੱਥੇ ਸਾਰੇ ਪਿੰਡਾਂ ਦੇ ਬੈਠੇ ਹਾਂ। ਖੋਤੇ ਨੂੰ ਨਾ ਉਨਾ ਚਿਰ ਨਹੀਂ ਉਹ ਲੱਦਦਾ ਜਿੰਨੀ ਦੇਰ, ਉਨੀ ਦੇਰ ਨਹੀਂ ਉਹਦਾ ਪੈਖਰ ਪੈਰਾਂ ਦੀ ਰੱਸੀ ਖੋਲਦਾ ਜਿੰਨੀ ਦੇਰ ਉਹਨੂੰ ਲੱਦ ਨਾ ਦੇਵੇ। ਸਾਡੇ ਮਨ ਨੇ ਵੀ ਉਸ ਗਧੇ ਦੀ ਤਰ੍ਹਾਂ, ਉਸ ਖੋਤੇ ਦੀ ਤਰ੍ਹਾਂ ਉਨੀ ਦੇਰ ਸਾਡੇ ਆਪ ਦੇ ਕਾਬੂ 'ਚ ਨਹੀਂ ਆਉਣਾ ਜਿੰਨੀ ਦੇਰ ਗੁਰੂ ਸਾਹਿਬ ਤੋਂ ਨਾਮ ਦੀ ਦਾਤ ਲੈ ਕੇ, ਨਾਮ ਦੀ ਬਖਸ਼ਿਸ਼ ਲੈ ਕੇ, ਨਾਮ ਦਾ ਅੰਮ੍ਰਿਤ ਉੱਤੇ ਲੱਦ ਕੇ ਇਹਨੂੰ ਨਹੀਂ ਤੋੜਦੇ। ਉਨੀ ਦੇਰ ਨਹੀਂ ਸਾਡੇ ਇਸ ਗਧੇ ਮਨ ਨੇ ਕਾਬੂ 'ਚ ਆਉਣਾ। ਫਿਰ ਮਨ ਨੂੰ ਗਧਾ ਦੱਸਦੇ, ਫਿਰ ਮੂਰਖ ਦੱਸਦੇ ਆ। ਮਨ ਮੂਰਖ ਅਜਹੂ ਨਹੀਂ ਸਮਝ, ਸਿੱਖਦੇ ਹਾਰਿਓ ਨੀਤ। ਗੁਰੂ ਸਾਹਿਬ ਕਹਿ ਰਹੇ ਆ, ਮਨਾ ਮੂਰਖਾ ਤੈਨੂੰ ਨਿਤ ਤੈਨੂੰ ਮੈਂ ਦੇਣਾ ਉਪਦੇਸ਼ ਦੇਣਾ, ਸਮਝਾਉਣਾ, ਸਿੱਖਿਆ ਦੇਣਾ। ਤੂੰ ਮਤਰੇਈ ਮਾਂ ਦਾ ਪੁੱਤ ਬਣਿਆ ਹੋਇਆ, ਆਪਣੇ ਅਸਲ ਮਾਂ ਪਿਓ ਦੀ ਨਹੀਂ ਤੈਨੂੰ ਸਮਝ ਪੈਂਦੀ, ਤੂੰ ਨਹੀਂ ਸੁਣਦਾ। ਮਨ ਏਕ ਨਾ ਚੇਤਿਸ ਮੂੜ ਮਨਾ। ਓਏ ਮੂਰਖਾ ਮਨਾ, ਇੱਕ ਨੂੰ ਚੇਤਾ ਕਰ, ਤੂੰ ਦੂਜੀ ਚੀਜ਼ ਮਗਰ ਲੱਗਾ। ਤੂੰ ਇੱਕ ਦਾ ਪੋਤਾ, ਇੱਕ ਨੂੰ ਹੀ ਯਾਦ ਕਰ। ਇੱਕ ਹੀ ਰੱਬ ਆ, ਇੱਕ ਹੀ ਗੁਰੂ ਆ ਪੂਰੀ ਸ੍ਰਿਸ਼ਟੀ ਦਾ। 2 4 5 ਰੱਬ ਨਹੀਂ ਹੈਗੇ। ਤੇ ਇੱਕ ਰੱਬ ਦੇ ਹੁੰਦਿਆਂ 2 ਗੁਰੂ ਨਹੀਂ ਹੋ ਸਕਦੇ। ਇੱਕੋ ਹੀ ਰੱਬ ਆ ਪੂਰੀ ਸ੍ਰਿਸ਼ਟੀ ਦਾ ਤੇ ਇੱਕ ਹੀ ਗੁਰੂ ਆ। ਰੱਬ ਆਪ ਹੀ ਗੁਰੂ ਬਣਿਆ ਹੋਇਆ, ਉਹ ਸਾਰੀ ਸ੍ਰਿਸ਼ਟੀ ਨੂੰ ਬਣਾ ਰਿਹਾ ਤੇ ਚਲਾ ਰਿਹਾ। ਗੁਰੂ ਸਾਹਿਬ ਕਹਿੰਦੇ ਤੂੰ ਉਹਨੂੰ ਯਾਦ ਕਰ ਓਏ, ਤੂੰ ਉਹਦਾ ਪੁੱਤ ਆ। ਆਪਣੇ ਅਸਲ ਮਾਂ ਪਿਓ ਨੂੰ ਯਾਦ ਕਰ। ਉਹਦੀ ਜ਼ਮੀਨ, ਆਪਣੇ ਮਾਂ ਪਿਓ ਦੀ ਜ਼ਮੀਨ ਜਾਇਦਾਦ ਸਾਰੀ ਦਾ ਮਾਲਕ ਤੂੰ ਆ। ਮਤਰੇਈ ਮਾਂ ਨੇ ਨਹੀਂ ਤੇਰੇ ਕੁਛ ਨਾ ਲਗਾਉਣਾ। ਮਨ ਏਕ ਨਾ ਚੇਤਿਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਆਪਣੇ ਅਸਲ ਮਾਂ ਪਿਓ ਰੱਬ ਨੂੰ, ਗੁਰੂ ਸਾਹਿਬ ਨੂੰ ਭੁਲਾ ਕੇ ਮਾਇਆ ਦੇ ਮਤਰੇਈ ਮਾਂ ਦੇ ਪੁੱਤ ਬਣ ਕੇ ਤੇਰੇ ਪੱਲੇ ਕੱਖ ਨਹੀਂ ਰਹਿਣਾ। ਕੋਈ ਚੰਗਿਆਈ ਨਹੀਂ ਰਹਿਣੀ ਤੇਰੇ ਪੱਲੇ, ਕੋਈ ਗੁਣ ਨਹੀਂ ਰਹਿਣੇ। ਕਿਉਂ? ਪੁੱਤ ਤੂੰ ਹੈਗਾ ਆਤਮਾ ਦਾ, ਆਤਮਾ ਭਰੀ ਹੋਈ ਹੈ ਗੁਣਾਂ ਦੀ। ਕਿਉਂ? ਰੱਬ ਤੋਂ ਬਣੀ ਹੈ। ਰੱਬ ਕੀ ਹੈ? ਤੂੰ ਸਾਗਰੋ ਰਤਨਾਗਰੋ। ਗੁਰੂ ਸਾਹਿਬ ਗੁਣਾਂ ਦੇ ਮਾਲਕ ਨੇ। ਗੁਰੂ ਸਾਹਿਬ ਗੁਣਾਂ ਦੇ ਸਮੁੰਦਰ ਨੇ। ਸਗਲ ਗੁਣਾ ਕੇ ਦਾਤੇ ਸੁਆਮੀ, ਬਿਨੋ ਸੁਣੋ ਇੱਕ ਦੀਨਾ। ਆਹ ਦੇਖੋ, ਗੁਰੂ ਸਾਹਿਬ ਸਾਰੇ ਗੁਣਾਂ ਦੇ ਮਾਲਕ ਨੇ। ਤੇ ਜਦੋਂ ਇਹਨਾਂ ਨੂੰ ਭੁਲਾ ਦਾਂਗੇ ਸਾਡੇ ਪੱਲੇ ਗੁਣ ਕੋਈ ਰਹਿਣਾ ਹੀ ਨਹੀਂ। ਅਸਾਂ ਮਾਂ ਪਿਓ ਜਦੋਂ ਭੁਲਾ ਦਾਂਗੇ, ਗੁਣਾਂ ਦੇ ਦਾਤੇ ਭੁਲਾ ਦਾਂਗੇ। ਗੁਣਾ ਕਾ ਨਿਦਾਨ ਏਕ ਹੈ, ਆਪੇ ਦੇ ਤਾਂ ਕੋ ਪਾਏ। ਕੇਵਲ ਗੁਰੂ ਸਾਹਿਬ ਕੋਲ ਹੀ ਨੇ ਗੁਣ। ਸ੍ਰਿਸ਼ਟੀ ਦੇ ਵਿੱਚ, ਪੂਰੀ ਕਾਇਨਾਤ ਦੇ ਵਿੱਚ ਹੋਰ ਕਿਸੇ ਕੋਲ ਗੁਣ ਨਹੀਂ ਹੈਗੇ। ਗੁਣਾਂ ਦਾ ਦਾਤਾ ਹੋਰ ਕੋਈ ਨਹੀਂ ਹੈ, ਕੇਵਲ ਗੁਰੂ ਸਾਹਿਬ ਨੇ। ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਸਾਹਿਬ ਕਹਿੰਦੇ ਆ, ਹਰ ਬਿਸਰਤ ਤੇਰੇ ਗੁਣ ਗਲਿਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ, ਰੱਬ ਨੂੰ ਭੁਲਾ ਕੇ, ਗੁਰੂ ਨੂੰ ਭੁਲਾ ਕੇ ਤੂੰ ਜਿਹੜੇ ਗੁਣਾਂ ਦੇ ਨਾਲ ਪੈਦਾ ਹੋਇਆ ਸੀ ਉਹ ਤੇਰੇ ਸਾਰੇ ਔਗੁਣਾਂ 'ਚ ਬਦਲ ਗਏ। ਓਏ ਤੇਰੇ ਗੁਣ ਗਲ ਗਏ। ਜਦੋਂ ਕੋਈ ਚੀਜ਼ ਗਲ ਜੇ ਨਾ, ਗਲ ਸੜ ਜਾਵੇ, ਉਹ ਸਿੱਟਣ ਯੋਗ ਹੁੰਦੀ ਆ, ਰੱਖਣ ਯੋਗ ਨਹੀਂ ਹੁੰਦੀ। ਗੁਰੂ ਸਾਹਿਬ ਕਹਿੰਦੇ ਗੁਣਾਂ ਨੂੰ ਭੁਲਾ ਕੇ, ਗੁਣਾਂ ਦੇ ਦਾਤੇ ਨੂੰ ਭੁਲਾ ਕੇ, ਜਿਹੜੇ ਤੂੰ ਗੁਣਾਂ ਨਾਲ ਪੈਦਾ ਹੋਇਆ ਸੀ ਤੇਰੇ ਉਹ ਵੀ ਨਹੀਂ ਰਹੇ ਓਏ, ਉਹ ਵੀ ਔਗਣ ਬਣ ਗਏ। ਤਾਂ ਹੀ ਤੇਰਾ ਜੀਵਨ ਮੁਸ਼ਕ ਮਾਰਦਾ, ਤਾਂ ਹੀ ਤੇਰਾ ਜਿਉਣ ਨੂੰ ਨਹੀਂ ਚਿੱਤ ਕਰਦਾ। ਹਰ ਬਿਸਰਤ ਤੇਰੇ ਗੁਣ ਗਲਿਆ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ।
फिर गुरु साहब ये हुण अरजोई कर रहे अखीरली दो पंक्तियां च। गुरु साहब नहीं आपदे लिए अरजोई कर रहे, गुरु साहब रब ने, इन्हां नूं नहीं लोड़, वो सानू समझा रहे हैं। साडी सोच दे म्यार की गल कर रहे भी इनू किते पता इनू ये किते समझ पै जाए भी ये तो मेरे ते ढुकदी है यार, आह पंक्ति तो यह मैनू ये तो मैनू भी कहनी चाहिए है। ये ना हो जती सती नहीं पढ़िया, जदों अग दे समुंदर विच डिगे हुए मन पेश नहीं ना जाती, 20 साल 30 साल 40 साल 50 साल 70 वरे आपदी मन ते कोशिश करता रहे भी मैं आप मन की साधना कर लूँगा, मैं मन नूं साध लूँगा, ये हुण हार जाता है। जेड़ा सियाणा ना वो छेती हुई हार मान लैंदा तगड़े तो। अग दा समुंदर बहुत तकड़ा, कोई अपने आप नहीं तर सकता। बहुत सियाणे सियाणे विद्वान गुणी ज्ञानी ध्यानी बड़े आके चले गए, अपने आप नहीं इस अगन के सागर दे विचों, इस चिक्कड़ दे विचों आप नहीं कोई बच सकता। कोई दलदल च धसिया होवे वो आप निकल सकता करे, जिन्ने यतन करूगा ना कि मैं निकल सकदा, मैनू नहीं नाम की दात की लोड़, मैनू नहीं अमृत छकण की लोड़, मैं आप ही ठीक हाँ, मैं अपने मन नूं साध लूँगा। और तू जिन्ने यतन करेगा तू उन्ना ही होर खुबदा जाएगा, तू उन्ना ही होर फसेगा। ते दलदल दे विच फसे हुई साडी जीव आत्मा नूं इस मोह माया दी दलदल दे विच फसी हुई साडी रूह नूं कौन कढ सकदा? कोई बाहरों हाथ देवे। आपदे यत्नां नाल तां होर धसदा जा रहा है। हुण तां मूँह तो भी टप गई गल, हुण तां बस नासां ही बाहर नहीं साडियां। इन्ने यतन कीते असीं इन्ने वरे भी मैं आपे निकल जूँ ये दलदल चों। तां गुरु साहब हुण अगे कह रहे हैं, ओए तू बाज मार बाहर गुरु साहब हथ मंग गुरु साहब का। क्यों? केवल एक गुरु ही है जिहड़ा इस दलदल दे विच नहीं फसिया। बाकी सारी जिन्नी सृष्टि बनाई है सारिਆਂ ਨੂੰ आप उन्हें मोह माया पा के विच उहदा माया का मोह पा के इस दलदल दे विच पाया होया ते जिहदे ते किरपा करदे आ गुरु साहब आपदी नज़र बख्शदे आ, उन्होंने हथ दे के उन्होंने कढ लैंदे आ। ना हो जती सती नहीं पढ़िया। ये हुण जिहड़ा थक हार गया ना, जिहदे हुण दलदल च धसे होए दा मूँह भी विचे आ गया, हुण सिर्फ नक्क ही बाहर है, अखीरले साहां ते है। वो कहंदा भी मैं इन्ने यतन कीते, हुण मैनूं पता लग गया भी मैनूं जती सती, जती की हुंदा? आपदे शरीर ते कंट्रोल करना, आपदी इंद्रियां ते। बुरा नहीं देखना, बुरा नहीं सुनना, बगैर गुरु दे भी मैं आपे कंट्रोल कर लूँगा। कोई नहीं अज तक कर सकिया। अद्धा एक बंदा भी नहीं इस सृष्टि जदों की बनी है, अरबां खरबां करोड़ां वरियां तो गुरु तो बगैर एक अद्धा बंदा भी नहीं अपने आप इस मोह माया के दलदल तो बच सकिया। बांह पकड़ गुर काढ़िया सोई उतरिया पार। गुरु साहब कह रहे हैं इस मोह माया की दलदल तो तू थक गया वा। कहता मैं जती बनने की भी कोशिश की, तू सती बन जा, जती बन जा। सती हुंदा सच बोलना भी मैं तो सच, मैं तो ये झूठ ही नहीं मारिया कदे, तो सच ही बोली दा, ऐदा कहूगी दुनिया। तो जो पुछो तू गुरु आना, नहीं जी मैंने लोड़ नहीं, आप कभी झूठ ही नहीं मारिया। सारे जहान का एक नंबर का झूठा बंदा हो। महाराज झूठ मार रहे ना हो जती सती नहीं पढ़िया। कोई तू जतियां सतियां पढ़ाइयां कर लै, तेरा कख नहीं बनना तेरा। ओए
ਤੂੰ 1 ਇੰਚ ਵੀ ਦਲਦਲ ਤੋਂ ਬਾਹਰ ਨਹੀਂ ਆ ਸਕਦਾ, ਸਗੋਂ ਹੋਰ ਗੂੜਾ ਧੱਸਦਾ ਜਾਏਗਾ। ਫਿਰ ਕਹਿੰਦੇ ਪ੍ਰਣਮਤ ਨਾਨਕ ਤਿੰਨ ਕੀ ਸ਼ਰਨਾ ਜਿਨ ਤੂੰ ਨਾ ਹੀ ਵਿਸਰਿਆ। ਆ ਹੁਣ ਹੱਲ ਦੱਸ ਰਹੇ ਆ ਵੀ ਤੂੰ ਬਾਹਰ ਕਿੱਦਾਂ ਨਿਕਲੇਗਾ। ਫਿਰ ਮਹਾਰਾਜ ਪ੍ਰਣਮਤ ਨਾਨਕ, ਇਹ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਆ ਵੀ ਗੁਰੂ ਸਾਹਿਬ ਅੱਗੇ ਆ ਕੇ ਆ ਬੇਨਤੀ ਕਰੀ ਵੀ ਮੈਨੂੰ ਇਸ ਅੱਗ ਦੇ ਸਮੁੰਦਰ ਚੋਂ, ਇਸ ਦਲਦਲ ਚੋਂ ਗੁਰੂ ਸਾਹਿਬ ਮੈਨੂੰ ਹੱਥ ਦੇ ਕੇ ਕੱਢ ਲਓ। ਤੇ ਗੁਰੂ ਸਾਹਿਬ ਹੱਥ ਪਤਾ ਕਿੱਦਾਂ ਦਿੰਦੇ ਆ? ਸਿਰ 'ਤੇ ਹੱਥ ਰੱਖਦੇ ਆ 5 ਪਿਆਰਿਆਂ ਦੇ ਰੂਪ ਦੇ ਵਿੱਚ ਤੇ ਨਾਮ ਦੀ ਦਾਤ ਦਿੰਦੇ ਆ। ਜਿਹੜੀ ਦਾਤ ਨੇ ਉਹਨੂੰ ਹੀ ਅੰਮ੍ਰਿਤ ਕਹਿੰਦੇ ਆ। ਅੰਮ੍ਰਿਤ ਛਕਣਾ ਭਾਵ ਨਾਮ ਦੀ ਦਾਤ ਛਕਣੀ, ਨਿੱਤ ਹਰ ਵੇਲੇ ਨਾਮ ਲੈਣਾ। ਅੰਮ੍ਰਿਤ ਪਾਣੀ ਦਾ ਨਾਮ ਨਹੀਂ ਆ, ਪਾਣੀ ਨੂੰ ਨਹੀਂ ਕਿਹਾ ਅੰਮ੍ਰਿਤ। ਉਹ ਜਿਹੜਾ 5 ਪਿਆਰਿਆਂ ਨੇ ਸਿਰ 'ਤੇ ਹੱਥ ਰੱਖ ਕੇ ਨਾਮ ਦੀ ਦਾਤ ਦੇਣੀ ਆ। ਜੀਵਾਤਮਾ ਨੇ ਉੱਦਾਂ ਤਰਨਾ, ਨਾ ਨਾਮ ਦਿਸਦਾ ਨਾ ਸਾਡੀ ਜੀਵਾਤਮਾ ਦਿਸਦੀ ਆ। ਸਾਡੀ ਜੀਵਾਤਮਾ ਨੇ ਇਸ ਦਲਦਲ ਚੋਂ ਕਿੱਦਾਂ ਬਚਣਾ ਹੈ? ਆਹ ਸਰੀਰ ਨੇ ਤਾਂ ਗਰਕ ਹੋਣਾ ਹੀ ਹੋਣਾ, ਕਿਸੇ ਦੀ ਕਬਰ 'ਚ ਹੋਣਾ, ਕਿਸੇ ਦੇ ਸਿਵਿਆਂ 'ਚ ਹੋਣਾ। ਸਾਰੀ ਜਿਹੜੀ ਗੱਲ ਆ ਨਾ ਬਚਾਓ ਦੀ, ਬਚਤ ਦੀ, ਉਹ ਸਾਡੀ ਜੀਵਾਤਮਾ ਨੂੰ ਇਹ ਸ਼ਬਦ ਹੈ। ਪ੍ਰਣਮਤ ਨਾਨਕ ਤਿੰਨ ਕੀ ਸ਼ਰਨਾ, ਮੈਨੂੰ ਉਹਦੀ ਸ਼ਰਨ 'ਚ ਭੇਜੋ ਗੁਰੂ ਸਾਹਿਬ, ਮੈਨੂੰ ਉਹਦੀ ਸ਼ਰਨ 'ਚ ਰੱਖੋ ਜਿਨ ਤੂੰ ਨਾ ਹੀ ਵਿਸਰਿਆ। ਜਿੱਥੇ ਤੈਨੂੰ ਯਾਦ ਰੱਖਿਆ ਜਾਂਦਾ ਤੇ ਉਹ ਕਿਹੜੀ ਥਾਂ ਹੈ ਜੀ? ਜਿੱਥੇ ਸਾਨੂੰ ਗੁਰੂ ਸਾਹਿਬ ਨੇ ਹੁਣੇ ਪਾਇਆ ਹੈ। ਕੇਵਲ ਇੱਥੇ ਹੀ ਇਸ ਦਲਦਲ ਚੋਂ ਬਚਿਆ ਜਾ ਸਕਦਾ, ਇਸ ਸਾਧ ਸੰਗਤ ਦੇ ਵਿੱਚ। ਉਹੀ ਗੁਰੂ ਨਾਨਕ ਸਾਹਿਬ ਸਾਨੂੰ ਸਮਝਾ ਰਹੇ ਆ ਵੀ ਮੇਰੇ ਕੋਲ ਜਦੋਂ ਆਵੇਂ ਨਾ ਮੱਥਾ ਟੇਕਣ ਤੇ ਆਹ ਚੀਜ਼ ਮੰਗੀ ਮੇਰੇ ਕੋਲ ਆ ਕੇ ਵੀ ਗੁਰੂ ਸਾਹਿਬ ਮੈਨੂੰ ਸਾਧ ਸੰਗਤ ਬਖਸ਼ੋ, ਮੈਨੂੰ ਅੰਮ੍ਰਿਤ ਦੀ ਦਾਤ, ਨਾਮ ਦੀ ਦਾਤ ਬਖਸ਼ੋ। ਸਾਧ ਸੰਗਤ 'ਚ ਬਹਿ ਕੇ ਮੈਂ ਉਹ ਅੰਮ੍ਰਿਤ ਪੀਵਾਂ, ਨਾਮ ਧਿਆਵਾਂ ਤੇ ਇਸ ਸੰਸਾਰ ਸਾਗਰ 'ਚੋਂ, ਦਲਦਲ 'ਚੋਂ, ਸਮੁੰਦਰ 'ਚੋਂ ਮੈਨੂੰ ਤੁਸੀਂ ਕਿਰਪਾ ਕਰਕੇ ਕੱਢ ਲਓ। ਸੋ ਸਾਧ ਸੰਗਤ ਜੀ, ਇਹ ਸ਼ਬਦ ਆਪਾਂ ਨਿੱਤ ਪੜ੍ਹੀਦਾ ਜਦੋਂ ਆਪਾਂ ਰਹਿ ਰਾਸ ਕਰੀਦੀ ਹੈ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ ਇਹ ਸ਼ਬਦ ਦੀ ਵਿਚਾਰ ਕਰ ਸਕੇ ਹਾਂ। ਗੁਰੂ ਸਾਹਿਬ ਹੋਈਆਂ, ਸਾਧ ਸੰਗਤ ਜੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਦੇ ਦੇਣਾ। ਅੱਜ ਸ਼ਾਮ ਨੂੰ 6 ਤੋਂ 8 ਗੁਰੂ ਸਾਹਿਬ ਦੀ ਕਿਰਪਾ ਨਾਲ ਭਾਈ ਕਮਰਜੀਤ ਸਿੰਘ ਜੀ ਨੇ ਆਪਣੇ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਨੀਆਂ ਤੇ ਦੱਸਣਗੇ ਸਾਨੂੰ ਆਪ ਇਹ ਕਿਵੇਂ ਇਸ ਦਲਦਲ ਦੇ ਵਿੱਚ ਖੁੱਭੇ ਪਈ ਸੀ ਤੇ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਇਹਨਾਂ ਨੂੰ ਇਸ ਮੋਹ ਮਾਇਆ ਦੇ ਜਾਲ, ਇਸ ਮੋਹ ਮਾਇਆ ਦੀ ਦਲਦਲ ਦੇ ਵਿੱਚੋਂ ਕਿੱਦਾਂ ਹੱਥ ਦੇ ਕੇ ਕੱਢਿਆ। ਸੋ ਵੱਧ ਤੋਂ ਵੱਧ ਇਲਾਕਾ ਨਿਵਾਸੀਆਂ ਨੇ ਹਾਜ਼ਰੀ ਭਰ ਕੇ ਲਾਹਾ ਲੈਣ ਦੀ ਕੋਸ਼ਿਸ਼ ਕਰਨੀ ਜੀ ਤੇ ਇੱਕ ਵਾਰੀ ਫੇਰ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਦੇ ਦੇਣੀ। ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਲਵਾਈਏ ਹਾਜ਼ਰੀ, ਮਹਾਰਾਜ ਨੂੰ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।